ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ। ਖਬਰਾਂ ਦੇ ਪ੍ਰਾਈਮ ਟਾਈਮ 'ਚ ਅੱਜ ਗੱਲ ਕਰਾਂਗੇ ਬਿਜਲੀ ਬਾਰੇ। ਉਹ ਬਿਜਲੀ ਜੋ 2022 ਦੇ ਚੋਣ ਵਾਅਦਿਆਂ ਦਾ ਆਧਾਰ ਬਣ ਗਈ ਹੈ। ਹਰ ਪਾਰਟੀ ਕਿਤੇ ਨਾ ਕਿਤੇ ਮੁਫਤ ਬਿਜਲੀ ਦੇ ਵਾਅਦੇ ਤਾਂ ਕਰ ਰਹੀ ਹੈ, ਪਰ ਇਹਨਾਂ ਵਾਅਦਿਆਂ ਦਾ ਪਾਵਰਕਾਮ ਤੇ ਕੀ ਬੋਝ ਪਏਗਾ ਉਸ ਦੀ ਗੱਲ ਕੋਈ ਬਿਲਕੁਲ ਨਹੀਂ ਕਰ ਰਿਹਾ, ਜਾਂ ਪੰਜਾਬ ਦੇ ਲੋਕਾਂ ਤੇ ਕੀ ਬੋਝ ਪਏਗਾ ਉਸ ਦੀ ਗੱਲ ਕੋਈ ਨਹੀਂ ਕਰ ਰਿਹਾ। ਨਾ ਹੀ ਬਦਹਾਲ ਸਿਸਟਮ ਨੂੰ ਲੈ ਕੇ ਕਿਸੇ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਸਿਆਸੀ ਦਲਾਂ ਦੇ ਵਾਅਦਿਆਂ ਦੀ ਫਹਿਰਿਸਤ 'ਚ ਮੁਫਤ ਬਿਜਲੀ ਤਾਂ ਹੈ, ਪਰ ਇਸ ਪੂਰੀ ਵਿਵਸਥਾ ਨੂੰ ਸੁਧਾਰਨ 'ਚ ਕਿਸੇ ਦੀ ਕੋਈ ਦਿਲਚਸਪੀ ਨਹੀਂ ਲੱਗਦੀ। ਸੋ ਗੱਲ ਅੱਜ ਕਈ ਐਂਗਲ ਤੋਂ ਹੋਏਗੀ, ਕਈ ਮੁੱਦਿਆਂ ਤੋਂ ਹੋਏਗੀ। ਮਹਿਮਾਨ ਸਾਡੇ ਨਾਲ ਜੁੜਨਗੇ ਔਰ ਚਰਚਾ ਕਰਾਂਗੇ ਵਿਸਥਾਰ ਨਾਲ ਕਿ ਪੰਜਾਬ ਇਸ ਵੇਲੇ ਬਿਜਲੀ ਦੇ ਮਾਮਲੇ ਦੇ ਵਿੱਚ ਖੜਾ ਕਿੱਥੇ ਹੈ ਤੇ ਅਸੀਂ ਕਿੰਨੇ ਕੁ ਸਖਤ ਕਦਮ ਚੁੱਕਣ ਦੇ ਸਮਰੱਥ ਹਾਂ ਜਾਂ ਨਹੀਂ। ਮੌਨਸੂਨ ਦੀ ਦੇਰੀ, ਝੋਨੇ ਦੀ ਬਿਜਾਈ ਅਤੇ ਵਧੀ ਹੋਈ ਡਿਮਾਂਡ ਨੇ ਇਸ ਵਾਰ ਪੰਜਾਬ 'ਚ ਪਾਵਰ ਸਿਸਟਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਜੇ ਸੂਬੇ ਨੂੰ ਸਾਲਾਂ ਤੋਂ ਸਰਪਲਸ ਦੱਸਿਆ ਜਾ ਰਿਹਾ ਸੀ, ਉੱਥੇ ਬਿਜਲੀ ਦੀ ਅਜਿਹੀ ਦਿੱਕਤ ਖੜੀ ਹੈ ਕਿ ਲੋਕ ਸੜਕਾਂ ਤੇ ਉਤਰ ਆਏ। ਸਰਕਾਰ ਦਾ ਦਾਅਵਾ ਹੈ ਕਿ ਮੁਸ਼ਕਿਲ ਹਾਲਾਤ 'ਚ ਵੀ ਸਪਲਾਈ ਦਰੁਸਤ ਬਣਾਏ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹਕੀਕਤ ਇਹ ਹੈ ਕਿ PSPCL ਇਸ ਤਰ੍ਹਾਂ ਦੇ ਸੰਕਟ ਦੇ ਲਈ ਕਦੇ ਤਿਆਰ ਹੀ ਨਹੀਂ ਸੀ। ਸਬਸਿਡੀ ਅਤੇ ਮੁਫਤ ਬਿਜਲੀ ਦੀ ਸਿਆਸਤ ਦੇ ਵਿਚਕਾਰ ਬਿਜਲੀ ਮਹਿਕਮਾ ਅਜਿਹਾ ਉਲਝਿਆ ਪਿਆ ਹੈ ਕਿ ਨਾ ਤਾਂ ਪਿਛਲੀ ਸਰਕਾਰ ਇਸ ਨੂੰ ਕੱਢਣ ਦਾ ਕੋਈ ਕੰਮ ਕਰ ਪਾਈ ਹੈ ਅਤੇ ਨਾ ਹੀ ਮੌਜੂਦਾ ਸਰਕਾਰ ਕੁਝ ਕਰਦੀ ਵਿਖਾਈ ਦੇ ਰਹੀ ਹੈ। ਨਤੀਜਾ ਇਹ ਹੈ ਕਿ PSPCL ਦੇ ਕੋਲ ਜ਼ਰੂਰਤ ਦੇ ਮਹਿਜ਼ 25% ਟਰਾਂਸਫਾਰਮਰ ਦਾ ਸਟਾਕ ਹੈ। ਸਪਲਾਈ ਲਾਈਨ 'ਚ ਇਸਤੇਮਾਲ ਬਿਜਲੀ ਦੇ ਤਾਰ ਦੀ ਕਮੀ ਹੈ ਅਤੇ ਕਰੀਬ 50% ਘੱਟ ਸਟਾਫ ਦੇ ਨਾਲ ਕੰਮ ਚੱਲ ਰਿਹਾ ਹੈ। ਅਤੇ ਇਹ ਸਭ ਉਹਨਾਂ ਵਿਵਾਦਿਤ ਬਿਜਲੀ ਸਮਝੌਤਿਆਂ ਤੋਂ ਵੱਖ ਹੈ ਜਿਨ੍ਹਾਂ ਦੇ ਦਮ ਤੇ ਪੰਜਾਬ ਨੂੰ ਸਰਪਲਸ ਪਾਵਰ ਸਟੇਟ ਦਾ ਸੁਪਨਾ ਵਿਖਾਇਆ ਗਿਆ ਸੀ। ਅਕਾਲੀਆਂ ਦਾ ਅੱਜ ਦਾਅਵਾ ਹੈ ਕਿ ਭਵਿੱਖ ਦੇ ਮੱਦੇਨਜ਼ਰ ਰੱਖਦੇ ਹੋਏ ਭਾਰੀ ਭਰਕਮ ਬਿਜਲੀ ਸਮਝੌਤੇ ਕੀਤੇ ਗਏ, ਪਰ ਅੱਜ ਇਹੀ ਬਿਜਲੀ ਸਮਝੌਤੇ ਪੰਜਾਬ ਦੇ ਗਲੇ ਦੀ ਫਾਂਸੀ ਬਣ ਗਏ ਨੇ, ਕਿਉਂਕਿ ਇਕਰਾਰ ਕਰਦੇ ਵੇਲੇ ਪਿਛਲੀ ਸਰਕਾਰ ਸ਼ਾਇਦ ਜਵਾਬਦੇਹੀ ਸ਼ਬਦ ਹੀ ਭੁੱਲ ਗਈ, ਜਿਸ ਕਾਰਨ ਨਾ ਚਾਹੁੰਦੇ ਹੋਏ ਵੀ ਸੂਬਾ ਇਹਨਾਂ ਨੂੰ ਭਾਰੀ ਰਕਮ ਦੇ ਰਿਹਾ ਹੈ। ਯਾਨੀ ਮੌਜੂਦਾ ਸੰਕਟ ਦੇ ਵਿਚਾਲੇ ਜਿੰਨੀ ਜ਼ਿੰਮੇਦਾਰ ਮੌਜੂਦਾ ਸਰਕਾਰ ਹੈ, ਉਨੀ ਹੀ ਪਿਛਲੀ ਸਰਕਾਰ ਵੀ, ਜਿਨ੍ਹਾਂ ਨੇ ਵਿਵਸਥਾ ਸੁਧਾਰਨ ਦੀ ਬਜਾਏ ਉਸ ਤਰ੍ਹਾਂ ਦੇ ਲੋਕ ਲੁਭਾਵਣੇ ਫੈਸਲਿਆਂ ਤੇ ਜ਼ਿਆਦਾ ਜ਼ੋਰ ਦਿੱਤਾ ਜਿਨ੍ਹਾਂ ਦਾ ਸ਼ੋਰ ਇਹਨਾਂ ਦਿਨਾਂ ਸੁਣਾਈ ਦੇ ਰਿਹਾ ਹੈ। ਖਸਤਾ ਮਾਲੀ ਹਾਲਤ ਦੇ ਵਿਚਕਾਰ ਪੰਜਾਬ ਸਾਲਾਨਾ 10,660 ਕਰੋੜ ਤੋਂ ਜ਼ਿਆਦਾ ਦੀ ਸਬਸਿਡੀ ਦੇ ਰਿਹਾ ਹੈ ਅਤੇ ਹਾਲਾਤ ਇਹ ਨੇ ਕਿ ਪਿਛਲੇ 7 ਸਾਲ ਤੋਂ ਪਾਵਰਕਾਮ ਨੂੰ ਪੂਰੀ ਅਦਾਇਗੀ ਵੀ ਨਹੀਂ ਹੋ ਪਾਈ। ਇੱਕ ਪਾਸੇ ਬਕਾਏ ਦਾ ਬੋਝ ਤੇ ਦੂਜੇ ਪਾਸੇ ਸਬਸਿਡੀ ਦੀ ਨਵੀਂ ਕਿਸ਼ਤ ਹਰ ਸਾਲ ਵੱਧਦੀ ਜਾ ਰਹੀ ਹੈ, ਪਰ ਇਸ ਗਣਿਤ ਨੂੰ ਦਰੁਸਤ ਕਰਨ ਦੀ ਬਜਾਏ ਮੌਜੂਦਾ ਸਰਕਾਰ ਅਤੇ ਸਰਕਾਰ 'ਚ ਆਉਣ ਦੀ ਆਸ ਦੇਖ ਰਹੇ ਸਿਆਸੀ ਦਲ ਨਵੇਂ-ਨਵੇਂ ਵਾਅਦੇ ਕਰਨ ਤੇ ਲੱਗੇ ਹੋਏ ਨੇ, ਜੋ ਚੁਣਾਵੀ ਲਿਹਾਜ਼ ਦੇ ਨਾਲ ਜਿੰਨੇ ਮਰਜ਼ੀ ਲੋਕ ਲੁਭਾਉਣੇ ਹੋਣ, ਪਰ ਅਸਲ 'ਚ ਪੂਰੇ ਪਾਵਰ ਸਿਸਟਮ ਦੇ ਲਈ ਵੱਡੀ ਚੁਣੌਤੀ ਹੈ। ਬਿਊਰੋ ਰਿਪੋਰਟ, ਨਿਊਜ਼ 18। ਇਸੇ ਨਾਲ ਜੁੜੇ ਨਿਊਜ਼ 18 ਦੇ ਕੁਝ ਸਵਾਲ ਨੇ ਕਿ ਖਰਾਬ ਬਿਜਲੀ ਦੀ ਵਿਵਸਥਾ ਦੇ ਲਈ ਆਖਿਰ ਗੁਨਾਹਗਾਰ ਕੌਣ ਹੈ? ਸਰਕਾਰਾਂ ਨੇ ਸੁਧਾਰ ਤੇ ਧਿਆਨ ਅੱਜ ਤੱਕ ਕਿਉਂ ਨਹੀਂ ਦਿੱਤਾ? ਪਾਵਰਕਾਮ ਦੀ ਖਰਾਬ ਹਾਲਤ ਦਾ ਜ਼ਿੰਮੇਵਾਰ ਕੌਣ ਹੈ? ਕੀ ਪੰਜਾਬ ਇਸ ਵੇਲੇ ਜੋ ਸਬਸਿਡੀਆਂ ਦਾ ਬੋਝ ਚੱਲ ਰਿਹਾ ਹੈ, ਕਿੰਨੀ ਕੁ ਪੰਜਾਬ ਦੀ ਹੈਸੀਅਤ ਹੈ ਜਾਂ ਕਿੰਨਾ ਕੁ ਪੰਜਾਬ ਸਬਸਿਡੀਆਂ ਦਾ ਬੋਝ ਚੱਲ ਸਕਦਾ ਹੈ? ਔਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹੁਣ 2022 ਨੇੜੇ ਆ ਰਿਹਾ ਹੈ, ਕੁਝ ਮਹੀਨੇ ਬਚੇ ਨੇ ਚੋਣਾਂ ਦੇ ਵਿੱਚ। ਕੀ ਇਸ ਵੇਲੇ ਬਿਜਲੀ ਸਿਰਫ ਸਿਆਸਤ ਦਾ ਸਭ ਤੋਂ ਵੱਡਾ ਹਥਿਆਰ ਬਣ ਗਿਆ? ਇਹ ਸਵਾਲ ਨੇ। ਸਾਡੇ ਨਾਲ ਮਹਿਮਾਨ ਜੁੜੇ ਨੇ ਔਰ ਗੱਲਬਾਤ ਕਰਾਂਗੇ ਇਸੇ ਨੋਟ ਤੋਂ। ਮਹਿਮਾਨਾਂ ਦਾ ਤਾਰਫ ਕਰਵਾ ਦਿੰਦੇ ਹਾਂ। ਵਿਰਸਾ ਸਿੰਘ ਵਲਟੋਆ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੋਂ ਜੁੜੇ ਨੇ, ਦੀਵਾਨ ਅਮਿਤ ਅਰੋੜਾ ਸਾਹਿਬ BJP ਤੋਂ ਜੁੜੇ ਨੇ ਔਰ ਨੀਲ ਗਰਗ ਜੀ ਆਮ ਆਦਮੀ ਪਾਰਟੀ ਤੋਂ ਜੁੜੇ ਨੇ ਸਾਡੇ ਨਾਲ। ਕਾਂਗਰਸ ਦੇ ਵੀ ਨੁਮਾਇੰਦੇ ਥੋੜੀ ਦੇਰ ਦੇ ਵਿੱਚ ਜੁੜਨਗੇ। ਸ਼ੁਰੂਆਤ ਮੈਂ ਨੀਲ ਗਰਗ ਜੀ ਤੁਹਾਡੇ ਤੋਂ ਕਰਦਾ ਪਹਿਲਾਂ, ਕਿਉਂਕਿ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ ਅੱਜ ਇੱਕ ਤੇ ਜਿਹੜੀ PIL ਤੁਹਾਡੀ ਪਾਰਟੀ ਵੱਲੋਂ ਅਰਵਿੰਦ ਕੇਜਰੀਵਾਲ ਹੋਰਾਂ ਵੱਲੋਂ ਸੁਪਰੀਮ ਕੋਰਟ 'ਚ ਦਾਖਲ ਕੀਤੀ ਗਈ ਸੀ
ਅਕਾਲੀ ਦਲ ਨੇ ਇਹ ਇਸ਼ੂ ਚੱਕੇ ਨੇ। ਅੱਜ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਵੀ ਇੱਕ ਇਸ ਤੇ ਟਵੀਟ ਆਇਆ ਥੋੜੀ ਦੇਰ ਪਹਿਲਾਂ ਕਿ ਇਸ ਵੇਲੇ ਗੱਲਾਂ ਤਾਂ ਕੀਤੀਆਂ ਜਾ ਰਹੀਆਂ ਨੇ ਪਰ ਪੰਜਾਬ ਨੂੰ ਇਸ ਸਿਚੁਏਸ਼ਨ ਚੋਂ ਕੱਢਣ ਦਾ ਜ਼ਿਕਰ ਕੋਈ ਨਹੀਂ ਕਰ ਰਿਹਾ ਕਿ ਤੁਸੀਂ ਜਿਵੇਂ PIL ਦਾ ਜ਼ਿਕਰ ਹੋ ਰਿਹਾ ਵੀ ਥਰਮਲ ਪ੍ਰੋਜੈਕਟ ਜਿਹੜੇ ਹੈਗੇ ਆ ਬੰਦ ਕਰ ਦਿਓ ਕਿਉਂਕਿ ਉਹ ਪੋਲਿਊਸ਼ਨ ਫੈਲਾਉਂਦੇ ਆ 300 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਔਰ 300 ਕਿਲੋ ਦਿੱਲੀ ਦੇ 300 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਔਰ ਉਸ 'ਚ ਪੰਜਾਬ ਵੀ ਆਉਂਦਾ ਹੈ, ਹਰਿਆਣਾ ਵੀ ਆਉਂਦਾ ਹੈ। ਸੋ ਇਸ ਚੀਜ਼ ਨੂੰ ਲੈ ਕੇ ਅੱਜ ਸਿਆਸਤ ਇੱਕ ਵੱਖਰੇ ਤਰੀਕੇ ਨਾਲ ਅੱਗੇ ਵਧ ਰਹੀ ਹੈ। ਸੋ ਐਸੇ ਵਿੱਚ ਕੀ ਆਪਾਂ ਅੱਜ ਦੀ ਡੇਟ 'ਚ ਜਿਹੜੇ ਪੰਜਾਬ ਦੇ ਸਮਝੌਤਿਆਂ ਦਾ ਵੀ ਜ਼ਿਕਰ ਕਰਦੇ ਆ ਕਿ ਜਿਹੜੇ ਸਮਝੌਤੇ ਹੋਏ ਆ ਜਿਨ੍ਹਾਂ ਬਾਰੇ ਅਕਾਲੀ ਦਲ ਇਹ ਦਾਅਵੇ ਕਰ ਰਿਹਾ ਕਿ ਸਾਡੇ ਸਮਝੌਤੇ ਬਿਲਕੁਲ ਠੀਕ ਸੀ, ਇਹਨਾਂ ਤੋਂ ਸੰਭਾਲੇ ਨਹੀਂ ਗਏ, ਤੇ ਹੁਣ ਜੇ ਉਹ ਅੱਜ ਇੱਕਦਮ ਬੰਦ ਹੋ ਜਾਂਦੀ ਹੈ, ਜੇ ਮੰਨ ਲਓ ਸਮਝੌਤੇ ਵੀ ਰੱਦ ਹੋ ਜਾਂਦੇ ਆ ਜਾਂ ਜਿਹੜੇ ਆਪ ਕਹਿ ਰਹੀ ਹੈ ਕਿ ਥਰਮਲ ਪਲਾਂਟ ਇਹ ਬੰਦ ਕਰ ਦਿਓ, ਜੇ ਹੋ ਜਾਂਦੇ ਆ ਤਾਂ 5000 ਮੈਗਾਵਾਟ ਜਿਹੜੀ ਬਿਜਲੀ ਦੀ ਕਿੱਲਤ ਹੈ ਕੀ ਪੰਜਾਬ ਉਹ ਝੱਲਣ ਦੇ ਸਮਰੱਥ ਹੈਗਾ? ਤੁਹਾਡੇ ਦਰਸ਼ਕਾਂ ਨੂੰ ਵੀ ਕਿ ਜਿਹੜੀ PL ਪਾਈ ਜਾਂਦੀ ਆ ਉਹ ਕਿਸੇ ਇੰਡੀਵਿਜੂਅਲ ਨੂੰ ਪਾਈ ਜਾਂਦੀ ਹੈਗੀ। ਕਦੇ ਵੀ ਸਰਕਾਰ ਜਿਹੜੀ ਉਹ ਜਨਹਿਤ ਜਾਚਕਾ ਜਿਹੜੀ ਹੈ ਉਹ ਕਦੇ ਨਹੀਂ ਯਾਨੀ ਕਿ ਪਾਉਂਦੀ ਹੈਗੀ। ਔਰ ਮੈਂ ਇਸ ਕੇਸ ਦਾ ਜਿਸ ਕੇਸ ਦਾ ਜ਼ਿਕਰ ਕੀਤਾ ਜਾ ਰਿਹਾ ਮੈਂ ਬਿਲਕੁਲ ਦੱਸ ਦਿਆਂ, ਇਹ ਬਹੁਤ ਸਾਲ ਪੁਰਾਣਾ ਕੇਸ ਹੈ ਜਿਹੜਾ MC ਮਹਿਤਾ ਵਰਸਸ ਯੂਨੀਅਨ ਆਫ ਇੰਡੀਆ ਦਾ ਸੀ, ਜਿਹੜਾ ਕਿ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਹੈ। ਉਦੋਂ ਤੇ ਸਾਡੀ ਪਾਰਟੀ ਵੀ ਨਹੀਂ ਬਣੀ ਸੀ, ਸਰਕਾਰ ਤੇ ਬਹੁਤ ਬਾਅਦ ਦੇ ਵਿੱਚ ਬਣੀ ਹੈਗੀ ਹੈ। ਇੱਕ ਪ੍ਰੋਪੇਗੈਂਡਾ ਦੇ ਤਹਿਤ ਜਿਹੜਾ ਹੈਗਾ ਅਕਾਲੀ ਦਲ ਵੱਲੋਂ ਤੇ ਕਾਂਗਰਸ ਵੱਲੋਂ ਇਸ ਨੂੰ ਚਲਾਇਆ ਜਾ ਰਿਹਾ ਹੈਗਾ ਕਿਉਂਕਿ ਅੱਜ ਜਿਹੜਾ ਅਕਾਲੀ ਦਲ ਲੋਕਾਂ ਦੇ ਇਸ ਕਰਕੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੈ ਕਿ ਇਹਨਾਂ ਨੇ ਪੰਜਾਬ ਨੂੰ ਲੁੱਟ ਖਾਦਾ, ਜਿਹੜਾ ਇਹਨਾਂ ਨੇ ਸਮਝੌਤੇ ਕੀਤੇ ਔਰ ਰੱਜ ਕੇ ਪੰਜਾਬ ਵਿਰੋਧੀ ਸਮਝੌਤੇ ਕੀਤੇ ਜਿਸ ਦੇ ਨਾਲ ਸਾਡੇ ਲੋਕਾਂ ਦੀ ਅੱਗੇ 25 ਸਾਲ ਤੱਕ ਜਿਹੜੀ ਹੈ ਲੁੱਟ ਹੋਣੀ ਹੈ। ਔਰ ਕਾਂਗਰਸ ਤੋਂ ਲੋਕ ਇਸ ਕਰਕੇ ਨਾਰਾਜ਼ ਨੇ, ਨਾ ਤਾਂ ਉਹਨਾਂ ਨੇ ਇਹਨਾਂ ਸਮਝੌਤਿਆਂ ਨੂੰ ਰੱਦ ਕੀਤਾ ਔਰ ਬਲਕਿ ਜਿਹੜਾ ਅੱਜ ਦਾ ਬਿਜਲੀ ਸੰਕਟ ਹੈਗਾ ਉਸ ਦੇ ਲਈ ਜੇ ਸਿੱਧੇ ਤੌਰ ਤੇ ਕੋਈ ਜ਼ਿੰਮੇਵਾਰ ਹੈਗਾ ਤਾਂ ਮਿਸਮੈਨੇਜਮੈਂਟ ਜਿਹੜੀ ਹੈ ਉਹ ਕਾਂਗਰਸ ਦੀ ਹੈਗੀ, ਇਸ ਕਰਕੇ ਉਹ ਜ਼ਿੰਮੇਵਾਰ ਹੈ। ਜਿਹੜਾ ਗੁੱਸਾ ਲੋਕਾਂ ਦਾ ਇਹਨਾਂ ਦੇ ਪ੍ਰਤੀ ਹੈਗਾ ਔਰ ਜਿਸ ਤਰੀਕੇ ਨਾਲ 29 ਜੂਨ ਨੂੰ ਪੰਜਾਬ ਦੇ ਲੋਕਾਂ ਨੂੰ ਪਹਿਲੀ ਗਰੰਟੀ ਦੀ ਕਿਸ ਤਰੀਕੇ ਨਾਲ ਖਾਣਾ ਦੀ ਸਬਸਿਡੀ ਜਾਰੀ ਰੱਖਾਂਗੇ, ਕਿਵੇਂ ਅਸੀਂ ਜਿਹੜਾ ਇੰਡਸਟਰੀ ਦੀ ਸਬਸਿਡੀ ਵੀ ਜਾਰੀ ਰੱਖਾਂਗੇ, ਇਸ ਦੇ ਨਾਲ ਨਾਲ ਜਿਹੜਾ ਦਲਿਤ ਸਮਾਜ ਹੈਗਾ ਉਸ ਨੂੰ 200 ਦੀ ਬਜਾਏ 300 ਯੂਨਿਟ ਪ੍ਰਤੀ ਮਹੀਨਾ ਫ੍ਰੀ ਦੇਵਾਂਗੇ। ਜਿਹੜੀ ਸਭ ਪਹਿਲੀ ਵਾਰੀ ਪੰਜਾਬ ਦੇ ਵਿੱਚ ਹੋ ਰਿਹਾ ਹੈਗਾ ਕਿ ਜਨਰਲ ਵਰਗ ਜਾਂ ਉਹ ਲੋਕ ਜਿਨ੍ਹਾਂ ਨੂੰ ਅੱਜ ਤੱਕ ਕੋਈ ਸਬਸਿਡੀ ਨਹੀਂ ਮਿਲਦੀ ਸੀ ਉਹਨਾਂ ਨੂੰ ਵੀ ਅਸੀਂ 300 ਯੂਨਿਟ ਪ੍ਰਤੀ ਮਹੀਨਾ ਜਿਹੜਾ ਹੈਗਾ ਉਹ ਫ੍ਰੀ ਦੇਵਾਂਗੇ। ਉਸ ਤੋਂ ਬਾਅਦ ਇਹਨਾਂ ਦੇ ਪੈਰਾਂ ਦੇ ਥੱਲੋਂ ਜ਼ਮੀਨ ਖਿਸਕ ਗਈ ਹੈ, ਘਬਰਾਹਟ ਹੈਗੀ ਆ ਔਰ ਇਸ ਕਰਕੇ ਇਸ ਤਰੀਕੇ ਦੇ ਇਹ ਪ੍ਰੋਪੇਗੈਂਡਾ ਜਿਹੜਾ ਹੈਗਾ ਚਲਾ ਰਹੇ ਆ। ਅਰੋੜਾ ਸਾਹਿਬ ਤੁਹਾਡਾ ਕਮੈਂਟ ਸੇਮ ਸਵਾਲ ਹੈ ਮੇਰਾ। ਹਾਂਜੀ ਕਰੋ ਸਵਾਲ ਕਰੋ। ਸੇਮ ਮੈਂ ਉਹੀ ਪੁੱਛਣਾ ਚਾਹ ਰਿਹਾ ਵੀ ਉਹਦੀ ਜਿਹੜੀ ਵਿਵਸਥਾ ਹੈ ਉਹ ਸੁਧਾਰਨ ਵੱਲ ਧਿਆਨ ਦੇਣ ਦੀ ਇਸ ਵੇਲੇ ਲੋੜ ਹੈ ਕਿ ਆਪਾਂ ਫ੍ਰੀ ਮੁਫਤ ਚ ਸਮਾਨ ਵੰਡਣ ਲੱਗ ਪਈਏ ਕਿ ਚਲੋ ਵੋਟਾਂ ਆ ਗਈਆਂ ਤੇ ਇੱਕ ਵਾਰੀ ਜਿੰਨੇ ਹੋ ਸਕਦੇ ਆ ਲਾਲਚ ਦੇ ਦਿੱਤੇ ਜਾਣ, ਜਿਹੜੀ ਮਰਜ਼ੀ ਪਾਰਟੀ ਹੋਵੇ, ਮੈਂ ਕਿਸੇ ਇੱਕ ਦੇ ਸੰਦਰਭ ਚ ਗੱਲ ਨਹੀਂ ਕਰਦਾ। ਬਰਾੜ ਜੀ ਜਿਹੜੀ ਗੱਲ ਨੀਲ ਗਰਗ ਜੀ ਕਹਿ ਰਹੇ ਆ ਇਹ ਬਾਰ-ਬਾਰ ਕੇਜਰੀਵਾਲ ਸਾਹਿਬ ਦੀਆਂ ਗੱਲਾਂ ਵਿੱਚ 300 ਯੂਨਿਟ ਬਿਜਲੀ ਫ੍ਰੀ ਦੇ ਦਿੱਤੀ, ਇਹ ਕਰ ਦਿੱਤਾ, ਸ਼ਰੇਆਮ ਧੋਖਾ ਹੈ। ਔਰ ਪੰਜਾਬ ਦੇ ਵਿੱਚ ਕੇਜਰੀਵਾਲ ਨੂੰ ਕੋਈ ਗੰਭੀਰਤਾ ਦੇ ਨਾਲ ਨਹੀਂ ਲੈਂਦਾ। ਤੁਸੀਂ ਦੇਖੋ ਇਹਨਾਂ ਦੇ ਜਿੰਨੇ ਲੀਡਰ ਆ, ਭਗਵੰਤ ਮਾਨ ਹੋ ਗਿਆ, ਇਹ ਜਿੰਨੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਇਹਨਾਂ ਦੇ ਛੋਟੇ ਵੱਡੇ MLA ਜੋ ਵੀ ਹੈ ਇਹਨਾਂ ਨੂੰ ਕੋਈ ਗੰਭੀਰਤਾ ਦੇ ਨਾਲ ਨਹੀਂ ਲੈ ਰਿਹਾ। ਔਰ ਇਹਨਾਂ ਦੀ ਹਾਲਤ ਇਹ ਹੈ ਕਿ ਇਹਨਾਂ ਦੀ ਪਾਰਟੀ ਛੱਡ ਕੇ ਇਹਨਾਂ ਦੇ MLA ਜਾਈ ਜਾਂਦੇ ਆ। ਸੋ ਇਹਨਾਂ ਦੀ ਗੱਲ ਦੇ ਵਿੱਚ ਕੋਈ ਗੰਭੀਰਤਾ ਨਹੀਂ ਹੈ। 300 ਯੂਨਿਟ ਦਾ ਇਹਨਾਂ ਨੇ ਰੌਲਾ ਪਾਇਆ। ਦਿੱਲੀ ਦੇ ਵਿੱਚ ਤਾਂ 200 ਤੋਂ ਵੱਧ 1 ਯੂਨਿਟ ਵੀ ਵੱਧ ਹੋ ਜਾਂਦਾ ਤਾਂ ਪੂਰਾ ਬਿੱਲ ਆਉਂਦਾ। ਲੋਕ ਤਰ੍ਹਾਂ ਕਰ ਰਹੇ, ਦਿੱਲੀ ਦੇ ਵਿੱਚ ਭਾਰੀ ਭਰਕਮ ਬਿੱਲ ਆ ਰਹੇ ਆ ਲੋਕਾਂ ਨੂੰ ਦਿੱਲੀ ਦੇ ਵਿੱਚ, ਔਰ ਪੰਜਾਬ ਦੇ ਵਿੱਚ ਆ ਕੇ ਝੂਠ ਬੋਲਦੇ ਆ। ਤੁਸੀਂ ਦੇਖੋ ਨਾ ਪੰਜਾਬ ਦੇ ਵਿੱਚ ਕਹਿਣਗੇ ਜੀ ਇਹ ਪਲਾਂਟ ਬੰਦ ਕਰ ਦਿਓ, ਪਲਾਂਟ ਬੰਦ ਕਰ ਦਿਓ ਤੇ ਪ੍ਰਦੂਸ਼ਣ ਆਉਂਦਾ ਵਾ, ਪਲਾਂਟ ਦੇ ਚਾਲੂ ਰਹਿਣ ਤੇ ਦਿੱਲੀ ਤੱਕ ਪ੍ਰਦੂਸ਼ਣ ਫੈਲਦਾ ਵਾ। ਸੋ ਗੱਲ ਇਹ ਆ ਕਿ ਪੰਜਾਬ 'ਚ ਗੱਲ ਕੁਝ ਹੋਰ ਕਰਦੇ ਆ, ਹਰਿਆਣੇ 'ਚ ਗੱਲ ਕੁਝ ਹੋਰ ਕਰਦੇ ਆ, ਦਿੱਲੀ ਦੇ ਵਿੱਚ ਗੱਲ ਕੁਝ ਹੋਰ ਕਰਦੇ ਆ। ਜਿੱਥੋਂ ਤੱਕ ਪੰਜਾਬ ਕਾਂਗਰਸ ਦੀ ਗੱਲ ਹੈ, ਤੁਸੀਂ ਦੇਖੋਗੇ ਅੱਜ ਬਿਜਲੀ ਸੰਕਟ ਦੀ ਇਹ ਹਾਲਤ ਹੈ ਕਿ ਚੈਂਬਰ ਆਫ ਕਮਰਸ ਦੇ ਪ੍ਰਧਾਨ ਇਹ ਆਪਣੇ ਕੈਪਸਨ ਇੰਡਸਟਰੀ ਦੇ ਮਾਲਕ, ਉਹਨਾਂ ਦਾ ਅੱਜ ਬਿਆਨ ਆ ਕਿ 2 ਲੱਖ ਦਾ ਡੀਜ਼ਲ ਡੇਲੀ ਇੰਡਸਟਰੀ ਜਿਹੜੀ ਆ ਇੱਕ ਇੰਡਸਟਰੀ ਜਿਹੜੀ ਆ ਉਹ ਫੂਕ ਰਹੀ ਆ ਔਰ ਇੰਡਸਟਰੀ ਜਿਹੜੀ ਆ ਉਹ ਬੰਦ ਹੋਣ ਤੇ ਕਗਾਰ ਤੇ ਆ। ਅੱਜ ਪੰਜਾਬ ਦਾ ਵਪਾਰੀ ਜਿਹੜਾ ਤਰਾ ਕਰ ਰਿਹਾ, ਪੰਜਾਬ ਦਾ ਇੰਡਸਟਰੀਲਿਸਟ ਤਰਾ ਕਰ ਰਿਹਾ ਔਰ ਬਿਜਲੀ ਮਹਿਕਮਾ ਜਿੰਦਾ ਕੋਈ ਚੇਅਰਮੈਨ ਨਹੀਂ ਹੈ। ਔਰ ਤੁਸੀਂ ਦੇਖੋ ਕਿ ਅੱਜ ਨਵਜੋਤ ਸਿੰਘ ਸਿੱਧੂ ਕਹਿ ਰਿਹਾ
ਕਿ ਬਈ ਇਹ ਕੈਪਟਨ ਸਾਹਿਬ ਨੂੰ ਇਹਨੂੰ ਸੰਭਾਲਣਾ ਨਹੀਂ ਆਇਆ, ਮੁੱਖ ਮੰਤਰੀ ਨੂੰ ਬਿਜਲੀ ਦਾ ਮਹਿਕਮਾ ਨਹੀਂ ਸੰਭਾਲਣਾ ਆਇਆ। ਮੈਂ ਸਮਝਦਾ ਵਾਂ ਕਿ ਉਧਰੋਂ ਕੈਪਟਨ ਸਾਹਿਬ ਕਹਿ ਰਹੇ ਆ ਕਿ ਅਸੀਂ ਬਿਜਲੀ ਮਹਿਕਮਾ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਸੀ ਸੰਭਾਲਣ ਲਈ, ਉਹਨਾਂ ਨੂੰ ਇਹ ਯੋਜਨਾ ਬਣਾਉਣੀ ਚਾਹੀਦੀ ਸੀ। ਉਹ ਭਾਈ ਜੇ ਨਵਜੋਤ ਸਿੰਘ ਸਿੱਧੂ ਨੇ ਨਹੀਂ ਸੰਭਾਲਿਆ ਤਾਂ ਤੁਹਾਡੇ ਕੋਲ 80-79 ਐਮਐਲਏ ਹੋਰ ਹੈਗੇ ਸੀ, ਉਹਨਾਂ ਚੋਂ ਹੋਰ ਕੋਈ ਤੁਹਾਨੂੰ ਕਾਬਲ ਨਹੀਂ ਨਜ਼ਰ ਆਇਆ ਜਿਹੜਾ ਕਿ ਬਿਜਲੀ ਦਾ ਮਹਿਕਮਾ ਜਿਹੜਾ ਉਹਦੀ ਕੋਈ ਯੋਜਨਾ ਬਣਾ ਸਕਦਾ? ਚਲੋ ਆਪਾਂ ਇਸ ਨੂੰ ਅੱਗੇ ਵਧਾਉਣੇ ਆ ਅਰੋੜਾ ਸਾਹਿਬ, ਆਪਾਂ ਅੱਗੇ ਵਧਾਉਣੇ ਆ ਗੱਲਬਾਤ ਨੂੰ। ਮੈਂ ਹੋਰ ਮਹਿਮਾਨ ਨੇ ਉਹਨਾਂ ਤੋਂ ਇੱਕ ਰਿਐਕਸ਼ਨ ਲੈ ਲਈਏ। ਵਲਟੋਆ ਸਾਹਿਬ ਜੁੜੇ ਹੋਏ ਨੇ। ਵਲਟੋਆ ਸਾਹਿਬ, ਇਸ ਵੇਲੇ ਸਵਾਲ ਉਹੀ ਹੈ ਜਿਹੜਾ ਅਸੀਂ ਵਾਰ-ਵਾਰ ਕਰ ਰਹੇ ਹਾਂ, ਔਰ ਇਹ ਕੋਈ ਅੱਜ ਇੱਕ ਦਿਨ ਦੀ ਡਿਬੇਟ ਨਹੀਂ ਹੈ, ਡੇਲੀ ਇਸ ਇਸ਼ੂ ਤੇ ਹੀ ਮਗਜਮਾਰੀ ਜਿਹੜੀ ਆ ਉਹ ਚੱਲਦੀ ਰਹਿੰਦੀ ਹੈ ਕਿ ਇਸ ਵੇਲੇ ਬਿਜਲੀ ਦੀ ਸਿਚੁਏਸ਼ਨ ਹੈ ਇੱਕ ਹਥਿਆਰ ਪੰਜਾਬ ਦੇ ਵਿੱਚ ਬਿਜਲੀ ਨੂੰ ਇਸ ਵੇਲੇ ਸਿਆਸਤ ਦੇ ਇੱਕ ਹਥਿਆਰ ਵਜੋਂ ਦੇਖਿਆ ਜਾ ਰਿਹਾ ਹੈ। ਇਸ ਤਰੀਕੇ ਦੀ ਸਥਿਤੀ ਪੈਦਾ ਹੋ ਚੁੱਕੀ ਹੈ। ਅਕਾਲੀ ਦਲ ਤੇ ਇਲਜ਼ਾਮ ਇਹ ਨੇ ਜਾਂ ਦੂਜੀਆਂ ਸਿਆਸੀ ਪਾਰਟੀਆਂ ਇਹ ਕਹਿੰਦੀਆਂ ਨੇ ਵੀ ਅਕਾਲੀ ਦਲ ਤਾਂ ਆਪਦਾ ਸਮਝੌਤੇ ਕਰਕੇ ਸੀਨ ਚੋਂ ਨਿਕਲ ਗਿਆ, ਪਾਸੇ ਹੋ ਗਿਆ ਤੇ ਭੁਗਤਣਾ ਪੰਜਾਬ ਦੀ ਜਨਤਾ ਨੂੰ ਪੈ ਗਿਆ। ਦੂਸਰੀ ਗੱਲ ਇਹ ਹੈ ਕਿ ਵਿਵਸਥਾ ਸੁਧਾਰ ਵੱਲ ਧਿਆਨ ਨਹੀਂ ਦਿੱਤਾ ਗਿਆ। ਵਿਵਸਥਾ ਸੁਧਾਰ ਸਭ ਤੋਂ ਜ਼ਿਆਦਾ ਜ਼ਰੂਰੀ ਸੀ ਕਿ ਜੇ ਬਿਜਲੀ ਸਰਪਲਸ ਦੇ ਤੁਸੀਂ ਦਾਅਵੇ ਕਰਦੇ ਸੀ ਤਾਂ ਵਿਵਸਥਾ ਸੁਧਾਰ ਫਿਰ ਕਿੱਥੇ ਗਿਆ? ਤੇ ਅੱਜ ਲੋਕਾਂ ਨੂੰ ਕਿਉਂ ਜੇ ਆਪਾਂ ਸਰਪਲਸ ਹੈ ਤਾਂ ਉਹਦੇ ਬਾਵਜੂਦ ਫਿਰ ਧੱਕੇ ਖਾਣੇ ਪੈ ਰਹੇ ਆ ਜਾਂ ਪ੍ਰੋਟੈਸਟ ਕਰਨੇ ਪੈ ਰਹੇ ਆ? ਵਲਟੋਆ ਸਾਹਿਬ ਦੇਖੋ ਬਰਾੜ ਸਾਹਿਬ, ਸਭ ਤੋਂ ਪਹਿਲੀ ਤਾਂ ਗੱਲ ਜਿਹੜੀ ਹੈ, ਦੋ ਚੀਜ਼ਾਂ ਨੇ ਬਿਜਲੀ ਮਹਿਕਮੇ 'ਚ ਅਹਿਮ। ਇੱਕ ਪਾਵਰ ਜਨਰੇਟ ਕਰਨਾ, ਬਿਜਲੀ ਦਾ ਉਤਪਾਦਨ ਕਰਨਾ, ਤੇ ਦੂਜਾ ਟਰਾਂਸਮਿਸ਼ਨ ਕਰਨਾ, ਉਹਦਾ ਸੰਚਾਰ ਕਰਨਾ। ਔਰ ਅਸੀਂ ਉਤਪਾਦਨ ਦੇ ਵਿੱਚ ਵੀ ਰਿਕਾਰਡ ਤੋੜਿਆ ਔਰ ਅਸੀਂ ਟਰਾਂਸਮਿਸ਼ਨ ਸਿਸਟਮ ਨੂੰ ਬਿਹਤਰ ਕਰਨ ਵਾਸਤੇ ਪੰਜਾਬ ਦੇ ਜਿੰਨੇ ਗ੍ਰਿਡ ਸੀ ਸਾਰੇ ਅਪਗ੍ਰੇਡ ਕੀਤੇ, ਜਿੰਨੀਆਂ ਲਾਈਨਾਂ ਸੀਗੀਆਂ ਉਹਨਾਂ ਨੂੰ ਨਵਿਆਇਆ ਔਰ ਨਾਲ ਜਿਹੜੀਆਂ ਹੋਰ ਲਾਈਨਾਂ ਖਿੱਚਣ ਦੀ ਲੋੜ ਸੀ, ਜਿੱਥੇ ਲੋਡ ਜ਼ਿਆਦਾ ਸੀਗਾ ਅਸੀਂ ਉਹਦੇ ਪੈਰਲਲ ਲਾਈਨਾਂ ਵੀ ਖਿੱਚੀਆਂ। ਔਰ ਸਾਨੂੰ ਟਰਾਂਸਮਿਸ਼ਨ ਸਿਸਟਮ ਨੂੰ ਲੈ ਕੇ, ਬਿਹਤਰ ਟਰਾਂਸਮਿਸ਼ਨ ਸਿਸਟਮ ਨੂੰ ਲੈ ਕੇ ਹਿੰਦੁਸਤਾਨ ਦੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਸਭ ਤੋਂ ਬਿਹਤਰ ਕਾਰਗੁਜ਼ਾਰੀ ਦਾ ਜਿਹੜਾ ਆ ਪਾਵਰ ਕਾਰਪੋਰੇਸ਼ਨ ਪੰਜਾਬ ਨੂੰ ਜਿਹੜਾ ਆ ਅਵਾਰਡ ਵੀ ਦਿੱਤਾ। ਹੁਣ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਕਹਿ ਦਈਏ ਕਿ ਸਾਡੇ ਵੱਡਿਆਂ ਨੇ ਬਜ਼ੁਰਗਾਂ ਨੇ ਕਮਾਈ ਕੀਤੀ ਸੀ ਤੇ ਮੈਂ ਹੱਥ ਤੇ ਹੱਥ ਧਰ ਕੇ ਬੈਠਾ ਰਹਿ ਜਾ, ਤੇ ਗੱਲ ਤਾਂ ਬਣਦੀ ਨਹੀਂ। ਘਰ ਤੇ ਸਾਂਭਣਾ ਪਊ, ਆਪਣਾ ਆਪ ਹਿਲਾਉਣਾ ਪਊ, ਮਿਹਨਤ ਕਰਨੀ ਪਊ, ਤਾਂ ਹੀ ਤੁਹਾਡਾ ਮੇਨਟੇਨ ਰਹੂਗਾ ਨਾ। 4.5 ਸਾਲਾਂ 'ਚ 10 ਦਿਨ ਕੈਪਟਨ ਅਮਰਿੰਦਰ ਸਿੰਘ ਬਿਜਲੀ ਮਹਿਕਮੇ ਵਾਲੇ ਪਾਸੇ ਧਿਆਨ ਦਿੱਤਾ, ਕਦੀ ਸੰਜੀਦਗੀ ਨਾਲ ਧਿਆਨ ਦਿੱਤਾ, ਕਦੇ ਮੀਟਿੰਗ ਕੀਤੀ ਹੈ। ਇੱਥੋਂ ਤੱਕ ਐਡਾ ਵੱਡਾ ਮਹਿਕਮਾ ਉਹਦਾ CMD ਕੌਣ ਲਾਇਆ? ਇੱਕ IAS ਆਫੀਸਰ। IAS ਆਫੀਸਰ ਵੀ ਉਹ ਲਾਇਆ ਜਿਹਦੇ ਕੋਲ ਇੱਕ ਵਿਭਾਗ ਬਹੁਤ ਵੱਡਾ ਆ, ਜਿਹੜਾ ਉਹਦੇ ਕੋਲ ਉਹ ਹੀ ਨਹੀਂ ਸਾਂਭਿਆ ਜਾਂਦਾ, ਉਹਨੂੰ ਤੁਸੀਂ ਨਾਲ ਪਾਵਰ ਕਾਰਪੋਰੇਸ਼ਨ ਦਿੱਤੀ ਹੈ। ਔਰ ਨਾਲ ਹੀ IAS ਆਫੀਸਰ ਬਹੁਤ ਲਿਆਕਤ ਪੱਖੋਂ, ਇੰਟੈਲੀਜੈਂਸ ਪੱਖੋਂ ਬਹੁਤ ਸਿਆਣੇ ਹੋ ਸਕਦੇ ਹੈ, ਪਰ ਟੈਕਨੀਕਲ ਨਹੀਂ ਹੋ ਸਕਦੇ। ਇੱਥੇ ਟੈਕਨੀਕਲ ਔਰ ਵੱਡੇ ਟੈਕਨੀਕਲ ਜਿਹੜਾ CMD ਦੀ ਜ਼ਰੂਰਤ ਸੀ ਉਸ ਪੱਖੋਂ ਵੀ ਕੋਈ ਮੰਤਰੀ ਨਹੀਂ, ਮੁੱਖ ਮੰਤਰੀ ਦਾ ਧਿਆਨ ਨਹੀਂ, ਲਵਾਰਸ ਛੱਡਤਾ ਡਿਪਾਰਟਮੈਂਟ ਨੂੰ, ਤੇ ਅੱਜ ਲਵਾਰਸ ਹੋਣ ਕਰਕੇ ਹੀ ਅੱਜ ਜਿਹੜੀ ਸਾਰੀ ਦਿੱਕਤ ਆ ਰਹੀ ਹੈ। ਔਰ ਇੱਕ ਮੈਂ ਬਰਾੜ ਸਾਹਿਬ ਮੇਰੇ ਹੱਥ ਬਣ ਕੇ ਬੇਨਤੀ ਆ, ਗਰਗ ਸਾਹਿਬ ਨੂੰ ਬੇਨਤੀ ਕਰ ਲਓ ਕਿ ਜਿਹੜਾ ਆਉਂਦਾ ਆ ਆਮ ਆਦਮੀ ਪਾਰਟੀ ਦਾ, ਮੈਂ ਕੋਈ ਇਹ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ ਯਾਰ, ਝੂਠ ਨਾ ਬੋਲਿਆ ਕਰੋ। ਅੱਜ ਦੀ ਜਿਹੜੀ ਖਬਰ ਜਿਨ੍ਹਾਂ ਨੇ ਇਹਨਾਂ ਕਿਹਾ ਜੀ ਬੜੀ ਪੁਰਾਣੀ ਰਿਟ ਪਟੀਸ਼ਨ ਸੀ ਜੀ, ਫਲਾਣੇ ਨੇ PIL ਪਾਈ ਸੀ, ਇਸ ਤਰ੍ਹਾਂ ਪੈਂਦੀ ਜੀ, ਉਸ ਤਰ੍ਹਾਂ ਪੈਂਦੀ ਹੈ। ਮੈਂ ਹੁਣ ਤੁਹਾਨੂੰ ਉਹਦੇ ਬਾਰੇ ਦੱਸਣਾ ਚਾਹੁੰਦਾ। NDTV ਦੀ ਖਬਰ ਹੈ, NDTV ਕ੍ਰੈਡੀਬਿਲਿਟੀ ਹੈਗੀ ਹੈ ਨਾ ਥੋੜੀ ਬੇੜੀ NDTV ਦੀ, ਉਹਦੀ ਖਬਰ ਹੈ। ਖਬਰ ਕੀ ਹੈ? हेडिंग है, सुप्रीम कोर्ट ने केंद्र के खिलाफ केजरीवाल सरकार की याचिका को बताया हास्यास्पद, सुनवाई से किया इंकार। और नाल ही जड़ा उन्होंने कहा सुप्रीम कोर्ट से आज दिल्ली की केजरीवाल सरकार को तगड़ा झटका लगा। सुप्रीम कोर्ट ने दिल्ली सरकार द्वारा केंद्र के खिलाफ दायर याचिका पर सुनवाई करने से इंकार कर दिया। दिल्ली सरकार ने ये याचिका पड़ोसी राज्यों के पावर प्लांट्स को बंद करने के संबंध में दायर की थी। 1 बजे की खबर है। ਤੁਸੀਂ ਦੱਸੋ ਕਿਉਂ ਇਹ ਗੁੰਮਰਾਹ ਕਰਦੇ ਨੇ, ਕਿਉਂ ਝੂਠ ਬੋਲਦੇ? ਹੁਣ ਮਨਸ਼ਾ ਕੀ ਹੈ ਕੇਜਰੀਵਾਲ ਸਾਹਿਬ ਦੀ ਸੁਪਰੀਮ ਕੋਰਟ ਦੇ ਵਿੱਚ? ਮੈਂ ਆ ਰਿਹਾ ਗਰਗ ਸਾਹਿਬ, ਮਨਸ਼ਾ ਹੈ ਕਿ ਪੰਜਾਬ 'ਚ ਪਾਵਰ ਪਲਾਂਟਸ ਬੰਦ ਹੋ ਜਾਣ, ਹਾਹਾਕਾਰ ਮਚ ਜੇ, ਐਤਕੀ ਇੱਕ ਨਵਾਂ ਜਿਹੜਾ ਮੁੱਦਾ ਖੜਾ ਕਰਕੇ ਬਿਜਲੀ ਦੀ ਕਿੱਲਤ ਦਾ, ਤੇ ਮੈਂ ਜਿਹੜਾ ਆ ਇਹਦੇ ਤੇ ਸਿਆਸਤ ਕਰਾਂ। ਪਰ ਸਿਆਸਤ ਜਿਹੜੀ ਆ ਮਹਿੰਗੀ ਪੈ ਗਈ, ਨੰਗੇ ਹੋ ਗਏ ਕੇਜਰੀਵਾਲ ਸਾਹਿਬ, ਕਿ ਕੇਜਰੀਵਾਲ ਸਾਹਿਬ ਨੇ ਪੰਜਾਬ ਦੇ ਹਿੱਤਾਂ ਦੇ ਵਿਰੁੱਧ, ਪੰਜਾਬ ਦੀ ਤਬਾਹੀ ਮਚਾਉਣ ਦੀ ਖਾਤਰ, ਪੰਜਾਬ ਦੇ ਪਾਵਰ ਪਲਾਂਟਸ ਜਿੱਥੇ ਅੱਗੇ ਬਹੁਤ ਵੱਡੀ ਕਿੱਲਤ ਸੀ ਉੱਥੇ ਜਾ ਕੇ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਰਿਟ ਪਾ ਦੀ। ਇਹਦਾ ਫਾਇਦਾ ਕੀ ਸੀ?
ਕਦੀ ਨੁਕਸਾਨ ਸੋਚੇ ਹੈ? ਗਰਗ ਸਾਹਿਬ ਕਦੀ ਸੋਚੇ ਠੀਕ ਨੁਕਸਾਨ ਹੈ। ਕਿ ਜੇ ਪਾਵਰ ਪਲਾਂਟ ਪੰਜਾਬ ਦੇ ਬੰਦ ਹੋ ਜਾਣ ਮੈਂ- ਤੇ ਪੰਜਾਬ 'ਚ ਤਬਾਹੀ ਮਚੂ ਕਿ ਨਹੀਂ ਮਚੂ? ਇਸ ਕਰਕੇ ਸਾਡੀ ਹੱਥ ਬਨ ਕੇ ਬੇਨਤੀ ਆ, ਠੀਕ ਹੈ। ਪੰਜਾਬ ਮੈਂ ਤੇ ਰਹਿਮ ਕਾਂਗਰਸ- ਕਰੋ, ਠੀਕ ਹੈ, ਪੰਜਾਬ ਠੀਕ ਹੈ, ਤੇ ਦਇਆ ਕਰੋ। ਹਾਂ, ਦੁਬਾਰੇ ਆ ਰਹੇ ਹਾਂ ਤੁਹਾਡੇ ਕੋਲੇ। ਪ੍ਰਿਤਪਾਲ ਸਿੰਘ ਜੀ ਜੁੜੇ ਨੇ ਕਾਂਗਰਸ ਤੋਂ, ਕਿਉਂਕਿ ਸਵਾਲ ਜਿਹੜੇ ਨੇ ਉਹ ਬਲਟੋਆ ਸਾਹਿਬ ਦਾ ਵੀ ਮੈਂ ਜ਼ਿਕਰ ਕਰਾਂ, ਜਾਂ ਅਰੋੜਾ ਸਾਹਿਬ ਨੇ ਜਿਹੜੀ ਗੱਲ ਬੀਜੇਪੀ ਵੱਲੋਂ ਕੀਤੀ ਹੈ, ਜਾਂ ਨੀਲ ਗਰਗ ਹੋਰਾਂ ਨੇ ਜਿਹੜੀ ਗੱਲ ਆਮ ਆਦਮੀ ਪਾਰਟੀ ਦੇ ਬਿਹਾਫ ਤੇ ਕਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਤੋਂ ਸਿਸਟਮ ਨਹੀਂ ਸੰਭਾਲਿਆ ਗਿਆ, ਸਿਸਟਮ ਅਪਗ੍ਰੇਡ ਨਹੀਂ ਕੀਤਾ ਗਿਆ, ਜਿਸ ਕਰਕੇ ਇਹ ਸਾਰਾ ਸੰਕਟ ਆਇਆ। ਔਰ ਇਸ ਵੇਲੇ ਨਾਲ ਦੀ ਨਾਲ ਪ੍ਰਿਤਪਾਲ ਜੀ ਸਵਾਲ ਇਹ ਹੈ ਕਿ ਇਸ ਵੇਲੇ ਜਿਹੜੇ ਇਹਨਾਂ ਥਰਮਲ ਸਮਝੌਤਿਆਂ ਨੂੰ ਜਾਂ ਇਹਨਾਂ ਥਰਮਲ ਨੂੰ ਕੈਂਸਲ ਕਰਨ ਦਾ ਜ਼ਿਕਰ ਹੋ ਰਿਹਾ ਹੈ ਜਾਂ ਰੱਦ ਹੋ ਰਿਹਾ ਹੈ, ਕੋਈ ਬੈਕਅਪ ਪਲਾਨ ਹੈਗਾ ਕਿ ਜੇ ਰੱਦ ਕਰ ਦਿੰਦੇ ਆ ਤੇ 5000 ਕਿਲੋਵਾਟ ਦੀ ਜਿਹੜੀ ਕਮੀ ਆ ਜਾਏਗੀ ਉਹ ਕਿੱਥੋਂ ਪੂਰੀ ਹੋਏਗੀ? ਦੇਖੋ ਬਰਾੜ ਸਾਹਿਬ, ਜਿਹੜਾ ਇਸ਼ੂ ਆ ਤੁਸੀਂ ਆਪ ਹੀ ਕਿਹਾ ਕਿ ਅਸੀਂ ਰੋਜ਼ ਇਸ ਇਸ਼ੂ ਦੇ ਉੱਪਰ ਡਿਸਕਸ਼ਨ ਕਰਦੇ ਹਾਂ ਤੇ ਮਸਲਾ ਹੱਲ ਹੋਣ ਨੂੰ ਨਹੀਂ ਆ ਰਿਹਾ। ਗੱਲ ਇਹ ਹੈ ਕਿ ਪਿਛਲੇ 4 ਸਾਲ ਦੇ ਵਿੱਚ ਇਹਦੀ ਕੋਈ ਦਿੱਕਤ ਨਹੀਂ ਆਈ ਸੀ। ਦਿੱਕਤ ਇਸ ਕਰਕੇ ਆਈ ਕਿ ਮੰਗ ਵੱਧ ਗਈ। ਡੇਲੀ ਅਸੀਂ ਆਪਦੇ ਪ੍ਰੈਸ ਨੋਟਸ ਜਾਰੀ ਕਰਦੇ ਹਾਂ ਕਿ ਕਿੰਨੀ ਘੰਟੇ ਅਸੀਂ ਕੋਸ਼ਿਸ਼ ਕੀਤੀ ਹੈ ਬਿਜਲੀ ਡਿਲੀਵਰ ਕਰਨ ਦੀ ਤੇ ਕਿੰਨਾ ਉਹਦੀ ਸ਼ਾਰਟਫਾਲ ਆ ਰਿਹਾ। ਆਪਾਂ ਬਾਰ-ਬਾਰ ਤਲਵੰਡੀ ਸਾਬੋ ਵਾਲੇ ਪਲਾਂਟ ਦੀ ਗੱਲ ਕਰਦੇ ਹਾਂ, ਨੋ ਡਾਊਟ ਉਹ ਬੰਦ ਪਿਆ ਵਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ PSPCL ਨੇ ਤਾਂ ਉਹਨੂੰ ਨੋਟਿਸ ਜਾਰੀ ਕਰ ਹੀ ਦਿੱਤਾ ਹੈ। ਸਰਕਾਰ ਵੀ ਉਹਤੇ ਕੋਈ ਕੜਾ ਐਕਸ਼ਨ ਲੈਣ ਜਾ ਰਹੀ ਹੈ ਤੇ ਇਹ ਜਿਹੜੇ ਮੰਗਾਂ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ, ਕਿਉਂਕਿ ਇੰਦਰ ਦੇਵਤਾ ਵੀ ਇਖਤਿਆਰ ਪੰਜਾਬ ਤੇ ਉਹਨਾਂ ਮਿਹਰਬਾਨ ਹੋਇਆ ਨਹੀਂ ਜਿੰਨੀ ਆਸ ਸੀਗੀ, ਕਿਉਂਕਿ ਐਵਰੇਜਲੀ 15-20 ਜੁਲਾਈ ਜਿਹੜੀ ਤਰੀਕ ਹੈ ਉਦੋਂ ਤੋਂ ਵਰਖਾ ਆਉਣੀ ਥੋੜੀ ਸ਼ੁਰੂ ਹੋ ਜਾਂਦੀ ਹੈ, ਪਰ ਅੱਜ ਆਪਾਂ 8-9 ਤਰੀਕ ਦੇ ਵਿੱਚ ਬੈਠੇ ਹਾਂ ਤਾਂ ਬਰਸਾਤ ਦਾ ਆਇਆ ਨਹੀਂ ਤੇ ਇਸ ਕਰਕੇ ਪਾਣੀਆਂ ਦਾ ਪੱਧਰ ਜਿਹੜਾ ਡੈਮਾਂ ਦਾ ਵੀ ਉਹ ਵੀ ਘਟਿਆ ਵਾ। ਗੱਲ ਇਹ ਆ ਹੁਣ ਜਿਹੜੀ ਅੱਜ ਆਪਾਂ ਗੱਲ ਕਰਦੇ ਪਏ ਹਾਂ ਦਿੱਲੀ ਦੇ ਵਿੱਚ ਜਿਹੜਾ ਕੁਝ ਹੋਇਆ, ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਜਿਹੜੀ ਇਹਨਾਂ ਦੀ ਕੈਂਸਲ ਕੀਤੀ ਹੈ ਰਿਟ ਪਟੀਸ਼ਨ। ਬੇਸਿਕਲੀ ਮੈਂ ਤਾਂ ਇਹ ਕਹਿੰਦਾ ਜਿੱਦਣ ਦਾ ਕੇਜਰੀਵਾਲ ਪੰਜਾਬ ਆਇਆ ਉਦੋਂ ਦਾ ਪੰਜਾਬ ਨੂੰ ਗ੍ਰਹਿਣ ਲੱਗ ਗਿਆ ਤੇ ਉਦੋਂ ਦਾ ਹੀ ਪਾਵਰ ਕ੍ਰਾਈਸਿਸ ਹੋ ਗਿਆ। ਪਤਾ ਨਹੀਂ ਕੀ ਕਹਾਣੀ ਹੈ। ਇਹ ਆਪ ਹੀ ਕਹਿੰਦੇ ਸੀ ਕਿ ਅਸੀਂ ਦਿੱਲੀ ਦੇ ਵਿੱਚ ਜੋ ਇਹਨਾਂ ਦਾ ਦਿੱਲੀ ਮਾਡਲ ਹੈ ਕਿ ਅਸੀਂ ਆਉਦੇ ਸਾਰ ਬਿਜਲੀ ਸਮਝੌਤੇ ਰੱਦ ਕਰਾਂਗੇ। ਕੀ ਇਹਨਾਂ ਨੇ ਦਿੱਲੀ ਦੇ ਵਿੱਚ ਬਿਜਲੀ ਸਮਝੌਤੇ ਰੱਦ ਕੀਤੇ? ਰਿਵਿਊ ਕੀਤੇ ਗਏ ਨੇ। ਸਾਡੀਆਂ ਕੁਝ ਮਜਬੂਰੀਆਂ ਸੀਗੀਆਂ PPA ਨੂੰ ਰਿਵਿਊ ਕਰਨ ਦੀਆਂ, ਕਿਉਂਕਿ 2008-9 ਦੇ ਵਿੱਚ ਇਹ ਸਮਝੌਤੇ ਹੋਏ ਸੀਗੇ ਤੇ ਉਹਦੇ ਵਿੱਚ ਲੌਕ ਇਨ ਪੀਰੀਅਡ ਟਾਈਮ ਵੀ ਸੀਗਾ ਕੁਝ, ਤੇ ਉਹਨਾਂ ਸਾਰੀਆਂ ਚੀਜ਼ਾਂ ਚੱਲਦੇ ਹੋਏ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨ ਕਲੀਅਰ ਕੀਤਾ ਕਿ ਇਸ ਤੇ ਇੱਕ ਲੀਗਲ ਐਡਵਾਈਜ਼ਰੀ ਕਮੇਟੀ ਬਣਾਈ ਗਈ ਹੈ ਜਿਹੜਾ ਸਾਨੂੰ ਲੀਗਲ ਪੱਖ ਤੋਂ ਇਹਦੇ ਸੰਬੰਧੀ ਜਾਣਕਾਰੀ ਦਊਗੀ। ਜਿਹੜੀ ਤੁਸੀਂ ਸ਼ਾਰਟੇਜ ਦੀ ਗੱਲ ਕਰ ਰਹੇ ਹੋ, ਅਸੀਂ ਪਲਾਂਟਸ ਬੰਦ ਕਰਨੇ ਆ ਕਿ ਨਹੀਂ ਕਰਨੇ, ਉਹਨਾਂ ਤੋਂ ਖਰੀਦਣੇ ਆ, ਰੇਟ ਰਿਵਿਊ ਕਰਨੇ ਆ, ਬਾਕੀ ਚੀਜ਼ਾਂ ਉਸ ਦੇ ਉੱਪਰ ਚਰਚਾ ਚੱਲਦੀ ਪਈ ਆ। ਇਨਫਰਾਸਟ੍ਰਕਚਰ ਤਾਂ ਸਾਡੇ ਕੋਲ ਪੰਜਾਬ ਦੇ ਵਿੱਚ ਹੀ ਆ। ਨੈਸ਼ਨਲ ਗ੍ਰਿਡ ਦਾ ਰੇਟ ਵੀ ਉਸ ਅਕੋਰਡਿੰਗਲੀ ਸਾਡੀ ਉਹਨਾਂ ਨਾਲ ਵੀ ਗੱਲ ਹੋਈ ਆ। ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ, ਕਿਉਂਕਿ ਕੁਝ ਚੀਜ਼ਾਂ ਪਹਿਲਾਂ ਹੋਣੀਆਂ ਚਾਹੀਦੀਆਂ ਸੀ ਉਹ ਡਿਲੇ ਹੋਇਆ ਉਸ ਦੇ ਵਿੱਚ, ਜਿਹਦੇ ਕਰਕੇ ਪਾਵਰ ਕ੍ਰਾਈਸਿਸ ਚੱਲਦੇ ਆ। ਅੱਜ ਕੇਜਰੀਵਾਲ ਸਾਹਿਬ ਐਲਾਨ ਕਰਕੇ 300 ਯੂਨਿਟ ਦਾ ਕਿ ਪੰਜਾਬ ਦੇ ਲੋਕਾਂ ਨੂੰ ਮੁਫਤ ਦੇਣਗੇ, ਪਰ 200 ਯੂਨਿਟ ਤਾਂ ਦਿੱਲੀ ਦੇ ਵਿੱਚ ਮਿਲਦੀ ਪਈ ਆ। ਉੱਥੇ ਦੇ ਤਾਂ ਉਹ ਰਾਜੇ ਨੇ ਨਾ, ਮੁੱਖ ਮੰਤਰੀ ਨੇ ਉੱਥੋਂ ਦੇ। ਉੱਥੇ ਵਾਲਿਆਂ ਨੂੰ ਤਾਂ ਮਿਲਦੀ ਨਹੀਂ, ਪੰਜਾਬ ਵਾਲਿਆਂ ਨੂੰ 300 ਦੇ ਦੇਣਗੇ। ਉੱਥੋਂ ਵਾਲੇ ਕਿਸਾਨ ਨੂੰ ਬਿਜਲੀ ਮਿਲਦੀ ਨਹੀਂ, ਇੱਥੋਂ ਵਾਲੇ ਕਿਸਾਨ ਨੂੰ ਤਾਂ ਆਲਰੇਡੀ ਮਿਲਦੀ ਪਈ ਆ। ਦੇਣਗੇ ਕਿਹਨੂੰ? ਜਿਨ੍ਹਾਂ ਨਾਲ ਧੋਖਾ ਕਰਦੇ ਉਹਨਾਂ ਨੂੰ ਤਾਂ ਜਵਾਬ ਦਿਓ। ਕੱਲ ਉੱਤਰਾਖੰਡ ਚੱਲੇ ਨੇ ਤੇ ਮੈਂ ਇੱਕ ਹੋਰ ਗੱਲ ਕਰਦਾ, ਮੈਂ 1 ਮਿੰਟ ਹੋਰ, ਕੱਲ ਨੂੰ ਇੱਕ ਸੈਕਿੰਡ ਜੀ, 1 ਮਿੰਟ ਦੇ ਟਾਈਮ ਹੋਰ ਮੈਂ ਲਊਂਗਾ ਤੁਹਾਡਾ। ਕੱਲ ਨੂੰ ਉੱਤਰਾਖੰਡ ਵੀ ਚੱਲੇ ਨੇ ਤੇ ਅੱਜ ਇਹਨਾਂ ਨੇ ਹਰਿਆਣਾ ਦੇ ਖਿਲਾਫ ਵੀ ਪਾਈ ਸੀ, ਪੰਜਾਬ ਦੇ ਖਿਲਾਫ ਵੀ ਪਾਈ ਸੀ, ਉੱਤਰ ਪ੍ਰਦੇਸ਼ ਦੇ ਖਿਲਾਫ ਵੀ ਪਾਈ। 3 ਸਟੇਟਾਂ ਦੇ ਦੁਸ਼ਮਣ ਤਾਂ ਆਪ ਬਣ ਗਏ। ਪਹਿਲਾਂ ਪਰਾਲੀ ਵਾਲੇ ਕਾਨੂੰਨ ਵੀ ਬਣਾਉਣ ਵਾਲੇ ਇਹ ਕੇਜਰੀਵਾਲ ਆ, ਕਿਸਾਨਾਂ ਨੂੰ 1 ਕਰੋੜ ਦਾ ਜੁਰਮਾਨਾ ਲਵਾਉਣ ਵਾਲਾ ਵੀ ਕੇਜਰੀਵਾਲ ਆ, ਉਹਨੂੰ ਸਾਹ ਲੈਣ 'ਚ ਦਿੱਕਤ ਆਉਂਦੀ ਕਿਸਾਨੀ ਪਰਾਲੀ ਦੇ ਧੂਏ ਤੋਂ। ਤੇ ਇਹ ਸਾਰੀਆਂ ਚੀਜ਼ਾਂ ਦੇ ਇੱਕ ਪਾਸੇ ਦਿੱਲੀ ਹਿਤੈਸ਼ੀ ਹੋ ਜਾਂਦੇ ਹੋ, ਦੂਜੇ ਆ ਕੇ ਕੀ ਕਹਿੰਦੇ ਆ ਪੰਜਾਬ ਵਿਰੋਧੀ ਹੋ ਜਾਂਦੇ ਹੋ, ਇੱਥੇ ਆ ਕੇ ਪੰਜਾਬ ਹਿਤੈਸ਼ੀ ਹੋ। ਕਿਹੜੇ ਚਿਹਰੇ ਬਦਲੋਗੇ? ਪ੍ਰਸ਼ਾਂਤ ਭੂਸ਼ਣ ਕਹਿੰਦਾ ਤੁਸੀਂ RSS ਦੇ ਬੰਦੇ ਹੋ, ਤੁਹਾਡੇ ਪਾਰਟੀ ਦਾ ਬੰਦਾ ਕਹਿ ਰਿਹਾ, BJP ਦਾ ਏਜੰਡਾ ਤੁਸੀਂ ਸਾਡੇ ਉੱਪਰ ਹੋ ਗਏ ਨੇ। ਹੁਣ ਤੁਸੀਂ ਇਸ ਦਾ ਇਕੱਠਾ ਹੀ ਜਵਾਬ ਦੇ ਦਿਓ। ਠੀਕ ਹੈ, ਚਲੋ ਮੈਂ ਜਵਾਬ ਤਾਂ ਲੈ ਲਈਏ ਗਰਗ ਸਾਹਿਬ। ਬਰਾੜ ਸਾਹਿਬ ਮੈਨੂੰ ਸਿਰਫ 2 ਮਿੰਟ ਦੇ ਦੇਣਾ ਤਾਂ ਕਿ ਇਹ ਤਿੰਨਾਂ ਸਾਥੀਆਂ ਨੇ ਜਿਹੜੇ ਸਵਾਲ ਉਠਾਏ ਉਹਦਾ ਮੈਂ ਪ੍ਰੋਪਰ ਤੁਹਾਡੇ ਚੈਨਲ ਦੇ ਮਾਰਫਤ ਲੋਕਾਂ ਨੂੰ ਜਵਾਬ ਦੇ ਸਕਾਂ। ਜੀ ਪਹਿਲੀ ਗੱਲ ਹੈ ਤੇ ਮੈਂ ਨਹੀਂ ਬਰਾੜ ਸਾਹਿਬ, ਇੱਕ ਚੀਜ਼ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਬਹੁਤ ਵੱਡਾ ਚੈਨਲ ਚਲਾਉਂਦੇ ਹੋ, ਇੱਕ ਵਾਰੀ ਲਾਈਨ ਖੋਲ ਕੇ ਕਿਸੇ ਵਕੀਲ ਨੂੰ ਜਿਹੜਾ ਹੈਗਾ ਉਹ ਲਾਈਨ ਤੇ ਲੈ ਲਓ, ਉਹ ਤੁਹਾਨੂੰ ਦੱਸ ਸਕਦਾ ਹੈ ਕਿ ਸਰਕਾਰ PIL ਪਾ ਸਕਦੀ ਹੈ ਕਿ ਨਹੀਂ ਪਾ ਸਕਦੀ। ਇਹਨਾਂ ਨੂੰ ਇਹੀ ਨਹੀਂ ਪਤਾ ਮੇਰੇ ਸਾਥੀਆਂ ਨੂੰ। PIL ਹਮੇਸ਼ਾ ਇੱਕ ਇੰਡੀਵਿਜੂਅਲ ਪਾਉਂਦਾ। ਮੈਂ ਪਹਿਲਾਂ ਵੀ ਕਹਿ ਰਿਹਾ, ਇਹ ਜਿਹੜਾ ਕੇਸ ਹੈਗਾ MC ਮਹਿਤਾ ਵਰਸਸ ਯੂਨੀਅਨ ਆਫ ਇੰਡੀਆ ਕੇਸ ਹੈਗਾ, ਇਹ ਉਦੋਂ ਦਾ ਕੇਸ ਹੈ ਜਦੋਂ ਤੇ ਸਾਡੀ ਪਾਰਟੀ ਵੀ ਨਹੀਂ ਬਣੀ ਸੀ।
ਸਰਕਾਰ ਤੇ ਬਹੁਤ ਬਾਅਦ ਦੀ ਗੱਲ ਹੈਗੀ ਹੈ। ਸੋ ਇਸ ਕਰਕੇ ਲੋਕਾਂ ਨੂੰ ਇਹ ਗੁੰਮਰਾਹ ਨਾ ਕਰਨ। ਮੈਂ ਸ਼ੁਕਰੀਆ ਅਦਾ ਕਰਦਾ ਮੇਰੇ ਪ੍ਰਿਤਪਾਲ ਸਾਥੀ ਦਾ, ਜਿਨਨੇ ਘੱਟੋ ਘੱਟ ਇਹ ਤਾਂ ਮੰਨਿਆ ਦਿੱਲੀ ਦੇ ਵਿੱਚ ਆ ਕੇ ਅਸੀਂ ਰਿਵਿਊ ਕੀਤੇ ਸੀ। ਜਦੋਂ ਰਿਵਿਊ ਕਰਨ ਤੋਂ ਬਾਅਦ ਸਾਡੀਆਂ ਰਿਵਾਈਜ਼ਡ ਸ਼ਰਤਾਂ ਦੇ ਉੱਤੇ ਸਮਝੌਤੇ ਹੋ ਗਏ, ਫਿਰ ਅਸੀਂ ਰੱਦ ਕਾਹਦੇ ਵਾਸਤੇ ਕਰਨੇ ਆ? ਅਸੀਂ ਤੁਹਾਨੂੰ ਵੀ ਇਹ ਕਹਿੰਦੇ ਆ ਤੁਸੀਂ ਰਿਵਿਊ ਕਰਕੇ ਨਵੀਆਂ ਸ਼ਰਤਾਂ ਦੇ ਉੱਤੇ ਸਮਝੌਤੇ ਕਰ ਲਵੋ, ਤੇ ਸਾਨੂੰ ਕੀ ਪ੍ਰੋਬਲਮ ਹੈਗੀ ਹੈ? ਦੂਸਰੀ ਗੱਲ, ਇਹ ਇੰਦਰ ਦੇਵਤਾ ਦੇ ਉੱਤੇ ਸਾਰੀਆਂ ਗੱਲਾਂ ਛੱਡਣੀਆਂ ਜਾਇਜ਼ ਨਹੀਂ ਹੈਗੀਆਂ ਕਿ ਪੰਜਾਬ ਦੇ ਵਿੱਚ ਜਿਹੜੀ ਮੌਨਸੂਨ ਹੈ ਹਮੇਸ਼ਾ 1 ਜੁਲਾਈ ਦੇ ਆਸ-ਪਾਸ ਆਉਂਦੀ ਹੈ। ਹਾਂ ਠੀਕ ਹੈ, ਕੁਝ ਦਿਨ ਡਿਲੇ ਹੋ ਗਈ, ਪਰ ਪੰਜਾਬ ਦੇ ਵਿੱਚ ਸਮੱਸਿਆ ਤਾਂ 20 ਜੂਨ ਨੂੰ ਹੀ ਪੈਦਾ ਸ਼ੁਰੂ ਹੋ ਗਈ ਸੀ। 20 ਜੂਨ ਤੱਕ ਕਦੋਂ ਯਾਨੀ ਕਿ ਮੌਨਸੂਨ ਆਉਂਦੀ ਹੁੰਦੀ ਸੀ? 20 ਜੂਨ ਤੋਂ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ। ਔਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਬਲਟੋਹਾ ਸਾਹਿਬ ਬੜੀਆਂ ਵੱਡੀਆਂ ਗੱਲਾਂ ਕਰ ਰਹੇ ਨੇ। ਇਹਨਾਂ ਦੀ ਪਾਰਟੀ ਨੇ ਪੰਜਾਬ ਦੇ ਵਿੱਚ ਮਾਫੀਆ ਲੈ ਕੇ ਆਂਦਾ। ਇਹਨਾਂ ਦੀ ਪਾਰਟੀ ਨੇ 2 ਤਰੀਕੇ ਨਾਲ ਪੰਜਾਬ ਨੂੰ ਲੁੱਟਿਆ। ਇੱਕ ਤੇ ਉਹ ਪੈਸਾ ਜਿਹੜਾ ਪੈਸਾ ਖਜ਼ਾਨੇ 'ਚ ਆਉਣਾ ਚਾਹੀਦਾ ਸੀ, ਉਹ ਇਹ ਆਉਣ ਨਹੀਂ ਦਿੰਦੇ। ਲਗਾਤਾਰ ਮਾਫੀਆ ਜਿਸ ਨੂੰ ਅੱਜ ਵੀ ਦੀ ਸਰਕਾਰ ਵੀ ਚਲਾ ਰਹੀ ਹੈ, ਉਹਨੂੰ ਲੁੱਟਣ ਦੀ ਇਜਾਜ਼ਤ ਦਿੱਤੀ। ਦੂਸਰੇ ਬੰਨੇ ਜਿਹੜਾ ਪੈਸਾ ਖਜ਼ਾਨੇ 'ਚ ਆ ਵੀ ਗਿਆ, ਉਸ ਨੂੰ ਆਪਣੇ ਹੱਕਾਂ ਦੇ ਆਪਣੇ ਹਿੱਤਾਂ ਵਾਸਤੇ ਲੁਟਾਇਆ ਗਿਆ, ਜਿਵੇਂ ਬਿਜਲੀ ਸਮਝੌਤਿਆਂ ਦੇ ਵਿੱਚ। ਜਿਹੜਾ ਗਰਗ ਸਾਹਿਬ ਇੱਕ ਸੈਕਿੰਡ ਮੈਂ ਤੁਹਾਨੂੰ ਕੁਝ ਐਡ ਆਨ ਕਰਨਾ ਚਾਹੁੰਦਾ। ਜਿਹੜਾ ਅੱਜ ਜ਼ਿਕਰ ਹੋ ਰਿਹਾ ਜਿਹੜੀ ਗੱਲ ਦਾ, ਸਾਰੀਆਂ ਸਿਆਸੀ ਪਾਰਟੀਆਂ ਇਸ ਚੀਜ਼ ਦਾ ਜ਼ਿਕਰ ਕਰ ਰਹੀਆਂ। ਵੱਡੇ ਸਿਆਸੀ ਆਗੂ ਨੇ ਉਹ ਵੀ ਜਾਣਦੇ ਹੀ ਨੇ ਕਿ PIL ਕਿਵੇਂ ਪੈਂਦੀ ਹੈ, ਜਾਂ PIL ਕਿਸਨੇ ਪਾਈ ਹੈ, ਜਾਂ ਉਸ ਦੇ ਪਿੱਛੇ ਕੀ ਵਜ੍ਹਾ ਹੈ। ਮੈਂ ਤੁਹਾਨੂੰ ਬਾਹਲਾ ਦੂਰ ਤਾਂ ਨਹੀਂ, ਸਿੰਘ ਸਿੱਧੂ ਜੀ ਦੀ ਹਮੇਸ਼ਾ ਕੇਜਰੀਵਾਲ ਤਾਰੀਫ ਕਰਦੇ ਨੇ ਜਾਂ ਤੁਹਾਡੀ ਪਾਰਟੀ ਤਾਰੀਫ ਕਰਦੀ ਹੈ, ਔਰ ਚਰਚਾਵਾਂ ਤੱਕ ਚੱਲਦੀਆਂ ਨੇ ਵੀ ਕਦੇ ਆ ਸਕਦੇ ਆ, ਕਦੇ ਨਹੀਂ ਆ ਸਕਦੇ, ਸ਼ਾਮਲ ਹੋ ਸਕਦੇ ਆ, ਨਹੀਂ ਹੋ ਸਕਦੇ। ਉਹਨਾਂ ਨੇ ਕੁਝ ਦੇਰ ਪਹਿਲਾਂ ਇੱਕ ਟਵੀਟ ਕੀਤਾ ਔਰ ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਕਿ ਪੰਜਾਬ ਦੀਆਂ ਦੋਖੀ ਤਾਕਤਾਂ ਜੱਗ ਜ਼ਾਹਰ ਹੋ ਗਈਆਂ ਨੇ। ਬਿਜਲੀ ਸੰਕਟ ਦਰਮਿਆਨ ਪੰਜਾਬੀਆਂ ਨੂੰ ਬੇਬਸ ਛੱਡਣ ਲਈ ਦਿੱਲੀ ਦੀ ਆਪ ਸਰਕਾਰ ਜੀਵਨ ਰੇਖਾ ਥਰਮਲ ਬਿਜਲੀ ਪਲਾਂਟ ਬੰਦ ਕਰਵਾਉਣਾ ਚਾਹੁੰਦੀ ਹੈ, ਜੋ ਅੱਤ ਦੀ ਗਰਮੀ ਨਾਲ ਪੰਜਾਬ ਨੂੰ ਬੇਹਾਲ ਤੇ ਝੋਨੇ ਦੀ ਬਿਜਾਈ ਮੌਕੇ ਕਿਸਾਨਾਂ ਨੂੰ ਹੋਰ ਬੇਬਸ ਕਰ ਦੇਵੇਗੀ। ਇਸ ਨੂੰ ਕਿਸ ਲਿਹਾਜ਼ ਨਾਲ ਦੇਖ ਰਹੇ ਹੋ? ਮੈਂ ਉਸੇ ਤੇ ਆ ਰਿਹਾ, ਮੈਂ ਇਹਦਾ ਵੀ ਜਵਾਬ ਦਿੰਨਾ ਵਾ। ਔਰ ਮੈਂ ਜਿਹੜੀ ਗੱਲ ਕਰ ਰਿਹਾ ਸੀ ਮੈਨੂੰ ਉਹ ਕੰਪਲੀਟ ਕਰ ਲੈਂਦੇ। ਉਹ ਸਿਰਫ ਥਰਮਲ ਪਲਾਂਟਾਂ ਦੇ ਨਾਲ ਹੀ ਪੰਜਾਬ ਮਾਰੂ ਸਮਝੌਤੇ ਨਹੀਂ ਕੀਤੇ ਗਏ। ਵਿਲਟੋਹਾ ਜੀ ਬੈਠੇ ਆ, ਤਾਂ ਉਹਨਾਂ ਨੂੰ ਪੁੱਛੋ। ਇਸ ਦੇ ਨਾਲ ਸੋਲਰ એનર્ਜੀ ਦੇ ਵੀ ਸਮਝੌਤੇ ਹੋਏ ਸੀ, ਜਿਹੜੇ ਕਿ 18 ਰੁਪਏ ਪ੍ਰਤੀ ਯੂਨਿਟ ਤੱਕ ਦੇ ਹੋਏ ਨੇ। ਔਰ ਇਹ ਵੀ ਉਹ ਦੱਸ ਦੇਣ ਇਹ ਸੋਲਰ એનર્ਜੀ ਦੇ ਜਿਹੜੇ ਪਲਾਂਟ ਸੀ ਇਹ ਕਿਹਨਾਂ ਦੇ ਹੈਗੇ ਆ, ਕਿਸ ਦੇ ਨਾਂ ਤੇ ਹੈਗੇ ਆ, ਇਹਦਾ ਵੀ ਉਹ ਜ਼ਰੂਰ ਕਰ ਦੇਣ। ਔਰ ਪੰਜਾਬ ਦੀ ਬਿਜਲੀ ਜਿਹੜੀ ਪੰਜਾਬ ਦੇ ਵਿੱਚ ਬਿਜਲੀ ਦੀ ਡਿਮਾਂਡ ਹੈ, ਇੱਕ ਮੈਨੂੰ ਗੱਲ ਕਰ ਲੈਂਦੇ ਸਰ, ਜਿਹੜੀ ਪੰਜਾਬ ਦੇ ਵਿੱਚ ਬਿਜਲੀ ਦੀ ਡਿਮਾਂਡ ਹੈ, ਡਾਟਾ ਇਹ ਦੱਸਦਾ ਹਰ ਸਾਲ 1000 ਮੈਗਾਵਾਟ ਜਿਹੜੀ ਉਹ ਵੱਧ ਰਹੀ ਹੈ। ਔਰ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ। ਟਰਾਂਸਕੋ ਜਿਸਨੇ ਕਿ ਸਾਰੀ ਟਰਾਂਸਮਿਸ਼ਨ ਦੇਖਣੀ ਹੁੰਦੀ ਹੈ, ਪਿਛਲੇ 11 ਸਾਲ ਤੋਂ ਉਹਦਾ ਰੈਗੂਲਰ CMD ਨਹੀਂ ਹੈਗਾ, ਉਸਦਾ ਚੇਅਰਮੈਨ ਨਹੀਂ ਹੈਗਾ। ਉਹਦੇ ਵਿੱਚ ਇਹਨਾਂ ਦਾ ਅਕਾਲੀ ਦਲ ਦਾ ਟੈਨਿਓਰ ਵੀ ਸੀ, ਅੱਜ ਇਹਨਾਂ ਦਾ 4.5 ਸਾਲ ਜਿਹੜਾ ਹੈਗਾ ਕਾਂਗਰਸ ਦਾ ਟੈਨਿਓਰ ਵੀ ਹੈਗਾ। ਔਰ ਟਰਾਂਸਮਿਸ਼ਨ ਦੇ ਵਿੱਚ ਅੱਜ ਜਿਹੜੀ 8000 ਮੈਗਾਵਾਟ ਹੋਣੀ ਚਾਹੀਦੀ ਸੀ, ਯਾਨੀ ਕਿ 1500-1600 ਮੈਗਾਵਾਟ 4 ਸਾਲਾਂ 'ਚ ਵੱਧ ਜਾਣੀ ਚਾਹੀਦੀ, ਸਿਰਫ ਮਹਿਜ 400 ਮੈਗਾਵਾਟ ਦੀ ਵਧੋਤਰੀ ਹੋਈ ਹੈ। ਆਪਦੇ ਫੇਲਿਅਰ ਨੂੰ ਇਹ ਸਾਡੇ ਜੋ ਮੈਂ ਲਗਾ ਰਹੇ। ਚਲੋ ਠੀਕ ਹੈ, ਮੈਂ ਇੱਕ ਬ੍ਰੇਕ ਲੈਣਾ ਛੋਟਾ ਜਿਹਾ। ਬ੍ਰੇਕ ਤੋਂ ਬਾਅਦ ਆ ਕੇ ਇਸੇ ਨੋਟ ਤੋਂ ਜਵਾਬ ਲਵਾਂਗੇ। ਵਲਟੋਹਾ ਸਾਹਿਬ ਪ੍ਰਿਤਪਾਲ ਜੀ ਜੁੜੇ ਹੋਏ ਨੇ ਕਾਂਗਰਸ ਤੋਂ, ਔਰ ਅਰੋੜਾ ਸਾਹਿਬ BJP ਤੋਂ। ਬਹੁਤ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਜਲਦ ਵਾਪਸ ਆਉਣੇ।